ਪਿਆਰੇ ਵਿਦਿਆਰਥੀਓ 8ਵੀਂ ਕਲਾਸ ਦੇ ਮੈਥਸ ਵਿਸ਼ੇ ਨਾਲ ਸੰਬੰਧਿਤ ਸੈਸ਼ਨ ਵਿੱਚ ਸਾਰਿਆਂ ਦਾ ਸਵਾਗਤ ਹੈ। ਤੇ ਵਿਦਿਆਰਥੀਓ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਟਰਮ 2 ਦੀ ਤਿਆਰੀ ਕਰ ਰਹੇ ਹਾਂ, ਉਸ ਦੇ ਤਹਿਤ ਬੱਚੇ ਅੱਜ ਤੁਸੀਂ 11.1 ਐਕਸਰਸਾਈਜ਼ ਜੋ ਕਿ ਚੈਪਟਰ ਖੇਤਰ ਮਿਤੀ, ਜਿਸ ਨੂੰ ਅਸੀਂ ਮੈਂਸੂਰੇਸ਼ਨ ਕਹਿੰਦੇ ਆ ਬੱਚੇ, ਉਸ ਨਾਲ ਰਿਲੇਟਡ ਹੈਗੀ ਹੈ। ਸੋ ਆਓ ਬੱਚੋ ਇਹ ਐਕਸਰਸਾਈਜ਼ ਸਟਾਰਟ ਕਰਦੇ ਹਾਂ। ਇਸ ਵਿੱਚ ਪਹਿਲਾ ਸਮ ਜਿਹੜਾ ਤੁਹਾਡੀ ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ, ਇਹ ਹੈ ਬੱਚੇ, ਇਹ ਐਕਸਰਸਾਈਜ਼ ਕਿਹੜੀ ਹੈ 11.1। ਠੀਕ ਹੈ। ਇਸ ਵਿੱਚ ਕੀ ਹੈ ਕਿ ਜਿਸ ਤਰ੍ਹਾਂ ਇੱਕ ਕੇ ਨਾਲ ਦਿੱਤੀ ਗਈ ਚਿੱਤਰ ਵਿੱਚ ਦਰਸਾਇਆ ਗਿਆ ਹੈ ਕਿ ਇੱਕ ਆਇਤਾਕਾਰ ਅਤੇ ਵਰਗਾਕਾਰ ਖੇਤ ਦੇ ਮਾਪ ਦਿੱਤੇ ਗਏ ਹਨ। ਜੇਕਰ ਇਹਨਾਂ ਦੇ ਪਰਿਮਾਪ ਸਮਾਨ ਹੋਣ ਤਾਂ ਕਿਸ ਖੇਤ ਦਾ ਖੇਤਰਫਲ ਜ਼ਿਆਦਾ ਹੋਏਗਾ। ਤੋ ਪਿਆਰੇ ਵਿਦਿਆਰਥੀਓ, ਇਸ ਵਿੱਚ ਦੋ ਫਿਗਰ ਦਿੱਤੀਆਂ ਹੋਈਆਂ ਨੇ, ਇੱਕ ਵਰਗਾਕਾਰ ਖੇਤ ਹੈਗਾ, ਇੱਕ ਆਇਤਾਕਾਰ ਖੇਤ ਹੈ। ਠੀਕ ਹੈ। ਵਰਗਾਕਾਰ ਖੇਤ ਵਿੱਚ ਤੁਹਾਨੂੰ ਪਤਾ ਹੈ ਕਿ ਸਾਰੀਆਂ ਭੁਜਾਵਾਂ ਬਰਾਬਰ ਹੋਣਗੀਆਂ। ਤੇ ਵਿਦਿਆਰਥੀਓ, ਇਸ ਵਿੱਚ ਜੇ ਤੁਸੀਂ ਇਹਦਾ ਖੇਤਰਫਲ ਕੱਢ ਲਓ, ਖੇਤਰਫਲ ਦਾ ਮਤਲਬ ਇਹਦਾ ਏਰੀਆ ਕੱਢ ਲਓ। ਠੀਕ ਹੈ। ਖੇਤਰਫਲ ਕਿਹਦਾ? ਆਫ ਵਰਗਾਕਾਰ ਖੇਤ ਦਾ। ਠੀਕ ਹੈ। ਵਰਗਾਕਾਰ ਖੇਤ ਦਾ ਜੇਕਰ ਖੇਤਰਫਲ ਕੱਢੋਗੇ ਤਾਂ ਵਿਦਿਆਰਥੀਓ ਤੁਹਾਨੂੰ ਪਤਾ ਹੈ ਭੁਜਾ ਗੁਣਾ ਭੁਜਾ ਦੇ ਬਰਾਬਰ ਹੁੰਦਾ ਹੈ, ਕਿਉਂਕਿ ਸਕੁਅਰ ਦਾ ਏਰੀਆ ਸਾਈਡ ਇਨਟੂ ਸਾਈਡ ਹੁੰਦਾ ਹੈ। ਜਦੋਂ ਤੁਸੀਂ 60 ਦੀ 60 ਨਾਲ ਮਲਟੀਪਲਾਈ ਕਰ ਦੂੰਗੇ ਤਾਂ ਬੱਚੋ ਇਹ ਤੁਹਾਨੂੰ ਮਿਲੇਗਾ 3600 ਮੀਟਰ ਵਰਗ। ਠੀਕ ਹੈ। ਤੋ ਇਹ ਖੇਤਰਫਲ ਆ ਗਿਆ ਵਰਗਾਕਾਰ ਖੇਤ ਦਾ। ਉਸ ਤੋਂ ਬਾਅਦ ਵਿਦਿਆਰਥੀਓ ਅਸੀਂ ਕੱਢਣਾ ਹੈਗਾ ਖੇਤਰਫਲ ਕਿਹਦਾ? ਆਇਤਾਕਾਰ ਖੇਤ ਦਾ। ਠੀਕ ਹੈ। ਆਇਤਾਕਾਰ ਖੇਤ ਦਾ ਖੇਤਰਫਲ ਕੱਢਣ ਲਈ ਫਾਰਮੂਲਾ ਬੱਚੋ ਲੱਗਦਾ ਹੈ ਲੰਬਾਈ ਗੁਣਾ ਚੌੜਾਈ। ਇੱਥੇ ਤੁਹਾਨੂੰ ਲੰਬਾਈ ਦਿੱਤੀ ਹੈ, ਲੰਬਾਈ ਕਿੰਨੀ ਦਿੱਤੀ ਹੈ 80, ਲੇਕਿਨ ਚੌੜਾਈ ਦੀ ਵੈਲਿਊ ਜਿਹੜੀ ਆ ਉਹ ਗਿਵਨ ਨਹੀਂ ਹੈਗੀ। ਪਰ ਤੁਹਾਨੂੰ ਪਰਿਮਾਪ ਬਰਾਬਰ ਦਿੱਤੇ ਨੇ ਤੇ ਵਿਦਿਆਰਥੀਓ ਵਰਗ ਦਾ ਪਰਿਮਾਪ ਤੇ ਜਿਹੜਾ ਆਇਤ ਹੈ ਉਹਦਾ ਪਰਿਮਾਪ ਜਿਹੜਾ ਹੈ ਉਹ ਤੁਹਾਨੂੰ ਬਰਾਬਰ ਦਿੱਤਾ ਹੈ। ਠੀਕ ਹੈ। ਆਇਤਾਕਾਰ ਖੇਤ ਦਾ ਪਰਿਮਾਪ ਜਿਹੜਾ ਹੈ ਉਹ ਕੀ ਹੈ, ਦੋਨੋਂ ਬਰਾਬਰ ਦਿੱਤੇ ਹਨ। ਤੇ ਵਰਗ ਦਾ ਪਰਿਮਾਪ ਬੱਚੇ 4 ਗੁਣਾ ਭੁਜਾ ਦੇ ਬਰਾਬਰ ਹੋਏਗਾ। ਪਰਿਮਾਪ ਕੀ ਹੁੰਦਾ ਹੈ? ਪੈਰੀਮੀਟਰ ਸਮ ਆਫ ਆਲ एक्सटीरियर साइड्स। ठीक है। तो ये 2 गुणा L प्लस B ये फार्मूला लग जाएगा। 4 गुणा भुजा यदि वर्गाकार खेत की कितनी दी है 60, ते आयताकार खेत की लंबाई जी है वो 80 दी है। इतों तुम चौड़ाई फाइंड आउट कर लेनी है। ठीक है। ये 2 दूनी 4 बच्चों कट रहा, यदा मतलब इतने आ जाएगा 120 बराबर 80 जमा 20 बराबर B की वैल्यू कितनी आ गई 180 ਦੇ ਵਿੱਚੋਂ ਜਦੋਂ ਤੁਸੀਂ 120 ਦੇ ਵਿੱਚੋਂ 80 ਜਦੋਂ ਮਾਈਨਸ ਕਰੋਗੇ ਤਾਂ ਤੁਹਾਨੂੰ 40 ਪ੍ਰਾਪਤ ਹੋਏਗਾ। ਇਹਦਾ ਮਤਲਬ ਇਹਦੀ ਚੌੜਾਈ ਕਿੰਨੀ ਮਿਲ ਗਈ 40 ਮੀਟਰ ਦੇ ਬਰਾਬਰ ਆ ਗਈ। ਹੁਣ ਤੁਸੀਂ ਜਦੋਂ ਆਇਤਾਕਾਰ ਖੇਤ ਦਾ ਖੇਤਰਫਲ ਕੱਢੋਗੇ, ਠੀਕ ਹੈ, ਆਇਤਾਕਾਰ ਖੇਤ ਦਾ ਖੇਤਰਫਲ ਕੱਢੋਗੇ ਤਾਂ ਵਿਦਿਆਰਥੀਓ ਕਿੰਨਾ ਆਏਗਾ? ਉਹ ਆਏਗਾ 80 ਗੁਣਾ 40 यानी कि 3200 8 चौका 32 मीटर स्क्वायर। ठीक है। तो ये 3200 मीटर वर्ग आ रहा है तो इत्थे विचों आ रहा 3600 वर्ग मीटर। तो ਇਹਦਾ मतलब वर्गाकार खेत ਦਾ ਜਿਹੜਾ ਖੇਤਰਫਲ ਹੈ ਉਹ ਕੀ ਹੈ? ਜ਼ਿਆਦਾ ਹੈ। ਠੀਕ ਹੈ। वर्गाकार खेत ਦਾ ਖੇਤਰਫਲ ਜ਼ਿਆਦਾ ਹੈ, ਇਹਦਾ ਖੇਤਰਫਲ ਕੀ ਹੋ ਗਿਆ? ਘੱਟ। ਠੀਕ ਹੈ। ਕਿੰਨਾ ਘੱਟ ਹੋ ਗਿਆ ਵਿਦਿਆਰਥੀਓ? ਇਹ ਕਿੰਨਾ ਘੱਟ ਹੋ ਰਿਹਾ ਹੈ? 3600 ਚੋਂ 3200 ਮਾਈਨਸ ਕਰੋਗੇ 400। ठीक है। 400 मीटर वर्ग ਜਿਹੜਾ ਉਹ ਘੱਟ ਹੋ ਰਿਹਾ ਹੈਗਾ। ਓਕੇ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਬੱਚੇ, ਸ਼੍ਰੀਮਤੀ ਕੌਸ਼ਿਕ ਦੇ ਕੋਲ ਚਿੱਤਰ ਵਿੱਚ ਦਰਸਾਏ ਗਏ ਮਾਪ ਵਾਲਾ ਇੱਕ ਵਰਗਾਕਾਰ ਪਲਾਟ ਹੈ। ਉਹ ਪਲਾਟ ਦੇ ਵਿੱਚ ਇੱਕ ਘਰ ਬਣਾਉਣਾ ਚਾਹੁੰਦੀ ਹੈ। ਘਰ ਦੇ ਚਾਰੇ ਪਾਸੇ ਇੱਕ ਬਗੀਚੇ ਨੂੰ ਤਿਆਰ ਕੀਤਾ ਗਿਆ ਹੈ। 55 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ ਇਸ ਬਗੀਚੇ ਨੂੰ ਤਿਆਰ ਕਰਨ ਦਾ ਖਰਚ ਪਤਾ ਕਰੋ। ਠੀਕ ਹੈ। तो ਵਿਦਿਆਰਥੀਓ ਸਭ ਤੋਂ ਪਹਿਲਾਂ ਤੇ ਜਿਹੜਾ ਉਹਦੇ ਕੋਲ ਖੇਤ ਹੈਗਾ ਉਹ ਵਰਗਾਕਾਰ ਹੈ। ਠੀਕ ਹੈ। ਇਸ ਨੂੰ ਅਸੀਂ A B C D, ਠੀਕ ਹੈ, ਇੱਕ ਵਰਗਾਕਾਰ ਖੇਤ ਮੰਨ ਲੈਂਦੇ ਆ। ਠੀਕ ਹੈ। तो A B C D ਦਾ ਖੇਤਰਫਲ ਇਹ ਕਿੰਨਾ ਆਏਗਾ ਬੱਚੋ? ਖੇਤਰਫਲ ਤੁਹਾਨੂੰ ਪਤਾ ਹੈ ਭੁਜਾ ਗੁਣਾ ਭੁਜਾ ਦੇ ਬਰਾਬਰ ਹੋਏਗਾ, ਕਿਉਂਕਿ ਵਰਗਾਕਾਰ ਖੇਤ ਹੈਗਾ। तो ਵਿਦਿਆਰਥੀਓ ਆ ਜਾਏਗਾ 25 ਗੁਣਾ 25 ਬਰਾਬਰ ਕਿੰਨਾ ਆ ਗਿਆ 625 मीटर स्क्वायर। ठीक है। 625 मीटर स्क्वायर। ओके। उस तो बाद बच्चे ਜਿਹੜਾ ਇਹਦੇ ਵਿੱਚ EFGH ਇਹ ਇੱਕ ਆਇਤਾਕਾਰ ਖੇਤ ਹੈਗਾ। ਠੀਕ ਹੈ। ਆਇਤਾਕਾਰ ਜਿਹੜਾ ਉਹਦਾ ਘਰ ਹੈਗਾ EFGH ਦਾ ਖੇਤਰਫਲ ਉਹ ਕਿਹਦੇ ਬਰਾਬਰ ਹੋਏਗਾ? ਲੰਬਾਈ ਗੁਣਾ ਚੌੜਾਈ। ਠੀਕ ਹੈ। तो ਇੱਥੇ ਲੰਬਾਈ ਵਿੱਚੋਂ ਜਿਹੜੀ ਘਰ ਦੀ ਹੈ ਉਹ ਕਿੰਨੀ ਹੈਗੀ ਆ 20 ਮੀਟਰ, ਤੇ ਜਿਹੜਾ ਘਰ ਬਣਾਇਆ ਉਹਨੇ ਚੌੜਾਈ ਜਿਹੜੀ ਹੈ 15 ਹੈ। तो 15 दूना 30 300 मीटर वर्ग ਜਿਹੜਾ ਆ ਉਹਦਾ ਕੀ ਆ ਗਿਆ
ਘਰ ਦਾ ਖੇਤਰਫਲ ਆ ਗਿਆ, ਠੀਕ ਹੈ। ਇਹ ਘਰ ਦਾ ਖੇਤਰਫਲ ਹੋ ਗਿਆ, ਇਹ ਪੂਰੇ ਖੇਤ ਦਾ ਖੇਤਰਫਲ ਹੋ ਗਿਆ, ਠੀਕ ਹੈ। ਤੇ ਬਾਕੀ ਜਿਹੜਾ ਗਾਰਡਨ ਲਈ ਹੁਣ ਬਚਾਇਆ ਹੈ, ਬਗੀਚੇ ਦਾ ਖੇਤਰਫਲ ਕਿਵੇਂ ਕੱਢੂਗੇ? ਬਗੀਚੇ ਦਾ ਖੇਤਰਫਲ ਵਿੱਚੋਂ ਆਏਗਾ ਦੋਨਾਂ ਨੂੰ ਮਾਈਨਸ ਕਰਨ ਤੇ, ਠੀਕ ਹੈ। ਤਾਂ 625 ਚੋਂ ਤੁਸੀਂ 300 ਨੂੰ ਮਾਈਨਸ ਕਰ ਦੇਣਾ ਹੈ ਤੇ ਤੁਹਾਨੂੰ ਵਿੱਚੋਂ ਮਿਲੇਗਾ 325 ਮੀਟਰ ਸਕੁਅਰ, ਠੀਕ ਹੈ। ਹੁਣ ਕਾਸਟ ਪੁੱਛੀ ਹੈ, ਯਾਨੀ ਕਿ 55 ਰੁਪਏ 55 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ ਖਰਚ ਜਿਹੜਾ ਹੈ ਉਹ ਪੁੱਛਿਆ ਹੈਗਾ। ਤਾਂ ਖਰਚ ਬੱਚੇ ਕਿੰਨਾ ਆਏਗਾ? 325 ਨੂੰ ਤੁਸੀਂ 55 ਨਾਲ ਕਰ ਦੇਣਾ ਗੁਣਾ, ਤੇ ਗੁਣਾ ਕਰਨ ਦੇ ਵਿੱਚ ਇਹ ਬਣ ਜਾਏਗਾ 17,875 ਰੁਪਏ ਜਿਹੜੇ ਨੇ ਇੰਨੇ ਕ ਏਰੀਏ ਲਈ ਖਰਚ ਹੋ ਜਾਣਗੇ, ਜੇਕਰ ਹੁਣ ਸਾਰੇ ਬਗੀਚੇ ਦੇ ਵਿੱਚ ਇਹ ਵਾਲਾ ਜਿਹੜਾ ਪੋਰਸ਼ਨ ਹੈਗਾ, ਇਸ ਵਿੱਚ ਬਗੀਚਾ ਜਿਹੜਾ ਆ ਉਹ ਬਣਾਉਣਾ ਹੈਗਾ, ਠੀਕ ਹੈ। तो विद्यार्थियों इस तरह असी कैलकुलेशन करनी सीगी। ओके, अगला क्वेश्चन तुहाडी स्क्रीन ते फ्लैश हो रहा, ये प्यारे विद्यार्थियों की है, इस विच जिस तरह एक चित्र विच दर्शाया गया है कि एक बगीचे का आकार मध्य आयताकार है ते किनारियां दे तो अर्ध दे रूप विच ਚੱਕਰ ਲੱਗੇ ਹੋਏ ਹਨ, ਠੀਕ ਹੈ। ਆ ਜਿਹੜੇ ਕਿਨਾਰੇ ਆ ਚੱਕਰ ਦੇ ਰੂਪ ਚ ਆ ਤੇ ਮੱਧ ਵਿੱਚ ਆਇਤਾਕਾਰ ਆ। ਇਸ ਬਗੀਚੇ ਦਾ ਪਰਿਮਾਪ ਅਤੇ ਖੇਤਰਫਲ ਜਿਹੜਾ ਹੈ ਉਹ ਫਾਈਂਡ ਆਊਟ ਅਸੀਂ ਕਰਨਾ ਹੈਗਾ, ਠੀਕ ਹੈ। ਕੀ ਫਾਈਂਡ ਆਊਟ ਕਰਨਾ ਹੈ? ਖੇਤਰਫਲ ਅਤੇ ਪਰਿਮਾਪ, ਠੀਕ ਹੈ। तो किस तरह प्यारे विद्यार्थियों फाइंड आउट करना है, आओ इस बारे जानते हाँ। तो प्यारे विद्यार्थियों इस विच तुसी देख सकते हो, इस दी पूरी आ जिहड़ी लंबाई है 20 मीटर दित्ती हुई है, ठीक है। कितनी दित्ती है? 20 मीटर। ते विद्यार्थियों इत्थे आ जिहड़ा जिहड़ी चौड़ाई हैगी आ ये दित्ती हुई है 7 मीटर। ये चौड़ाई भी है इस आयताकार फील्ड दी, ते विद्यार्थियों ये जिहड़ा डायामीटर भी हैगा है इस अर्ध चक्कर दा, ठीक है। अर्ध चक्कर दा डायामीटर होने करके जिहड़ी आ वाली डिस्टेंस बचूगी, ये बचूगा बच्चे 3.5, यानी कि 7 दा अद्धा। इहदे विचों ये वाली वैल्यू जिहड़ी है ये भी 3.5 होएगी, ठीक है। तो तुहानूं हिंट भी दिता है कि आयत की लंबाई जिहड़ी है वो तुसीं किवें कड्ढणी है। आयत की लंबाई 20 मीटर नहीं हैगी, इत्थे आयत की लंबाई इन्नी है, जिहदे विचों 3.5 ते 3.5 दो बार जोड़ के ਜਾਂ दो बार माइनस कर देना, ठीक है। तो आयत की लंबाई जिहड़ी है इत्थे कितनी आऊगी? आयत की लंबाई 20 ਦੇ ਵਿੱਚੋਂ ਤੁਸੀਂ 7 ਨੂੰ ਮਾਈਨਸ ਕਰ ਦੋਗੇ, ਇਹ ਤੁਹਾਨੂੰ ਮਿਲੇਗੀ 13 ਮੀਟਰ, ਠੀਕ ਹੈ। ਕਿੰਨੀ ਮਿਲੇਗੀ? 13 ਮੀਟਰ ਵਿੱਚੋਂ ਪ੍ਰਾਪਤ ਹੋਵੇਗੀ, ਠੀਕ ਹੈ। ਤੇ ਹੁਣ ਅਸੀਂ ਆਇਤ ਦਾ ਖੇਤਰਫਲ ਕੱਢਣਾ ਹੈ। ਆਇਤ ਦਾ ਖੇਤਰਫਲ ਤੇ ਬੱਚੋ ਆਇਤ ਦਾ ਖੇਤਰਫਲ ਤੁਹਾਨੂੰ ਪਤਾ ਲੰਬਾਈ ਗੁਣਾ ਚੌੜਾਈ ਹੁੰਦਾ ਹੈ। तो ये बच्चे आ जाएगा 13 गुणा 7, 7 क्योंकि इतने चौड़ाई दी है, तो 13 सत्ता किन्ने हो गए? 91 मीटर स्क्वेयर ਇਹਦਾ ਖੇਤਰਫਲ ਆ ਗਿਆ। ਹੁਣ ਬੱਚੋ ਅਸੀਂ ਜਿਹੜੇ अर्ध ਚੱਕਰ ਹੈਗੇ ਨੇ, अर्ध ਚੱਕਰ ਦਾ ਖੇਤਰਫਲ, ਠੀਕ ਹੈ। ਪਹਿਲਾਂ ਅਸੀਂ ਇੱਕ अर्ध ਚੱਕਰ ਦਾ ਖੇਤਰਫਲ ਕੱਢ ਲੈਂਦੇ ਆ। तो विद्यार्थियों आ जाएगा 1/2 पाई आर स्क्वेयर, ठीक है। 1/2 पाई की वैल्यू इतने 22/7 आ जानी है, ਤੇ r ਵਿੱਚੋਂ 7/2 ਕਿੰਨੀ ਵਾਰ ਲਿਖੋਗੇ? 2 बार, ठीक है, क्योंकि r ਜਿਹੜਾ रेडियस है वो कितना आ गया? 7/2। ओके, तो ਇਹਨੂੰ सॉल्व कर लेना है। ਇਹ ਵਿੱਚੋਂ 11 ਤੇ ਜਾਏਗਾ, ਇੱਕ 7 ਨਾਲ 7 ਇੱਥੇ ਕੱਟ ਜਾਣਗੇ, ਤਾਂ ਵਿਦਿਆਰਥੀਓ ਇੱਥੋਂ ਤੁਹਾਨੂੰ ਇਹਦੀ ਵੈਲਿਊ ਮਿਲੇਗੀ 77/2, ਠੀਕ ਹੈ। 11 7 77, 77 ਬਟਾ ਕਿੰਨਾ ਆ ਜਾਏਗਾ? 77 ਬਟਾ ਇੱਥੇ ਵਿੱਚੋਂ ਮਿਲੇਗਾ, ਇਹ 2 ਨਾਲ 2 ਕੱਟ ਗਏ ਨੇ, 2 दूनी 4, ठीक है। 77/4 ਜਿਹੜਾ ਹੈ ਤੁਹਾਨੂੰ ਪ੍ਰਾਪਤ ਹੋਏਗਾ। ਤੇ ਵਿਦਿਆਰਥੀਓ ਦੋ अर्ध ਚੱਕਰਾਂ ਦਾ ਖੇਤਰਫਲ ਜਿਹੜਾ ਉਹ ਕਿਹਦੇ ਬਰਾਬਰ ਆਏਗਾ? 77/4 ਗੁਣਾ 2 ਬਰਾਬਰ ਆ ਗਿਆ 77/2, ਕਿਉਂਕਿ ਇਹ 2 ਨਾਲ 4 ਜਿਹੜੇ ਨੇ 2 दूनी 4 ਤੇ ਕੱਟ ਰਹੇ ਨੇ, ਠੀਕ ਹੈ। ਆਓ ਬੱਚੋ ਅੱਗੇ ਇਹਨੂੰ ਹੁਣ ਕਿੱਦਾਂ ਸੋਲਵ ਕਰਨਾ ਹੈ। ਇਹ ਦੋ ਚੱਕਰਾਂ ਦਾ ਹੁਣ ਸਾਨੂੰ ਖੇਤਰਫਲ ਵੀ ਪਤਾ ਲੱਗ ਗਿਆ, ਜਿਹਨੂੰ ਅਸੀਂ ਮੀਟਰ ਸਕੁਅਰ ਦੇ ਵਿੱਚ ਲਿਖਾਂਗੇ, ਠੀਕ ਹੈ। तो टोटल एरिया ਜਿਹੜਾ ਆ ਹੁਣ ਕੁੱਲ ਖੇਤਰਫਲ, ਯਾਨੀ ਕਿ ਕੁੱਲ ਖੇਤਰਫਲ ਉਹ ਕਿੰਨਾ ਆਇਆ? ਉਹ ਵਿੱਚੋਂ ਸਾਨੂੰ ਪ੍ਰਾਪਤ ਹੋਇਆ 91 - 77/2, ਠੀਕ ਹੈ। ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਵਿਦਿਆਰਥੀਓ 77/2 ਅਪਰੋਕਸੀਮੇਟਲੀ ਇਹ ਡਿਵਾਈਡ ਕਰਨ ਤੋਂ ਬਾਅਦ ਇਹ ਵਿੱਚੋਂ ਇਹਦੀ ਵੈਲਿਊ ਆਣੀ 38.5। ਜਦੋਂ ਤੁਸੀਂ ਜੋੜੋਗੇ ਤਾਂ ਇਹ ਆ ਜਾਣਾ 129.5 ਮੀਟਰ ਸਕੁਅਰ, ਠੀਕ ਹੈ। ਹੁਣ ਅਸੀਂ ਕੱਢਣਾ ਹੈ ਪੈਰੀਮੀਟਰ। ਪੈਰੀਮੀਟਰ मतलब कि परिमाप, ठीक है। खेत्रफल सानू निकल गया है, परिमाप कितना निकलेगा बच्चे? रेक्टेंगल का पैरीमीटर, ठीक है। ये वाली जी रेक्टेंगल है, ਇਹਦਾ ਪੈਰੀਮੀਟਰ ਕੱਢ ਲੈਣਾ ਹੈ।
ਤੇ ਨਾਲ ਜਿਹੜੇ ਚੱਕਰਾਂ ਦਾ ਪੈਰੀਮੀਟਰ ਉਹ ਕੱਢ ਲੈਣਾ ਹੈਗਾ, ਠੀਕ ਹੈ। ਤੋ ਪੈਰੀਮੀਟਰ ਦਾ ਫਾਰਮੂਲਾ ਆਇਤਾਕਾਰ ਖੇਤ ਦਾ ਜਿਹੜਾ ਫੀਲਡ ਹੈਗਾ ਉਹਦਾ ਤੇ ਬੱਚੇ ਪਰਿਮਾਪ 2 L + B ਆਊਗਾ, ਤੇ ਨਾਲ ਦੇ ਨਾਲ ਬੱਚੋ ਇੱਕ ਚੱਕਰ ਦਾ ਖੇਤਰਫਲ ਪਾਈ r, ਹਾਫ ਚੱਕਰ ਦਾ, ਤੇ ਇਹਦੇ ਦੂਸਰੇ ਹਾਫ ਚੱਕਰ ਦਾ ਖੇਤਰਫਲ ਉਹ ਵੀ ਪਾਈ r ਆਊਗਾ। ਹੁਣ ਤੁਸੀਂ ਵੈਲਿਊਜ਼ ਪੁੱਟ ਕਰਨੀਆਂ, L ਦੀ ਵੈਲਿਊ ਵਿੱਚ ਸਾਨੂੰ 13 ਪ੍ਰਾਪਤ ਹੋਈ ਸੀ, B ਕਿੰਨਾ ਪ੍ਰਾਪਤ ਹੋਈ 7, ਜਮਾ ਇਹ ਕਿੰਨਾ ਆ ਜਾਏਗਾ 22/7 ਗੁਣਾ r ਕਿੰਨਾ ਆ ਗਿਆ 7/2, ਇੱਦਾਂ ਹੀ ਬੱਚੇ 22/7 ਗੁਣਾ 7/2, 7 ਨਾਲ 7 ਕੱਟ ਗਏ 11 ਦੂਣਾ 22, ਇੱਦਾਂ ਹੀ ਆ 7 ਨਾਲ 7 ਕੱਟ ਗਏ 11 ਦੂਣਾ 22 ਹੋ ਗਿਆ, ਠੀਕ ਹੈ। 13 ਤੇ ਜਮਾ 7 ਇਹ ਕਿੰਨੇ ਹੋ ਗਏ ਬੱਚੋ, ਇਹ ਸਾਨੂੰ ਮਿਲ ਗਏ ਕਿੰਨੇ ਮਿਲ ਗਏ 20, 20 ਦੀ 2 ਨਾਲ ਗੁਣਾ ਹੋਏਗੀ ਤਾਂ ਬੱਚੋ 40 ਪ੍ਰਾਪਤ ਹੋਏਗਾ। ਇੱਥੋਂ ਤੁਹਾਨੂੰ ਪ੍ਰਾਪਤ ਹੋ ਰਿਹਾ 11, 11 ਇੱਕ ਵਾਰ ਹੋਰ, ਤਾਂ 40 ਜਮਾ 11 ਜਮਾ 11, 11 ਜਮਾ 11 22 ਹੋ ਗਏ। 22 ਦੇ ਵਿੱਚ ਵਿਦਿਆਰਥੀਓ ਅਸੀਂ ਜੋੜ ਦਿੱਤੇ ਕਿੰਨੇ 40, ਠੀਕ ਹੈ। ਤਾਂ ਇਹ ਤੁਹਾਨੂੰ ਪ੍ਰਾਪਤ ਹੋ ਗਿਆ ਬੱਚੋ 62, ਠੀਕ ਹੈ। ਕਿੰਨਾ ਮਿਲ ਗਿਆ 62 ਪ੍ਰਾਪਤ ਹੋਇਆ। ਪਰ ਇਹਦੇ ਵਿੱਚ ਇੱਕ ਚੀਜ਼ ਹੋਰ ਧਿਆਨ ਦੇਣ ਵਾਲੀ ਹੈ, ਪਰਿਮਾਪ ਦੇ ਵਿੱਚ ਇੱਥੇ ਤੁਹਾਨੂੰ ਇੱਕ ਚੀਜ਼ ਹੋਰ ਮਾਈਨਸ ਕਰਨੀ ਪਊਗੀ। ਉਹ ਕੀ ਮਾਈਨਸ ਕਰਨੀ ਪਊਗੀ, ਉਹ ਬੱਚੇ ਹੋਏਗੀ ਇਹ ਵਾਲੀ ਜਿਹੜੀਆਂ ਲੈਂਥ, ਠੀਕ ਹੈ। ਤਾਂ ਇਹ ਲੈਂਥ ਜਿਹੜੀ ਹੈ ਇਹ 2 ਵਾਰ ਯਾਨੀ ਕਿ ਇਹਦੀ ਬ੍ਰੈਡਥ b ਜਮਾ b ਇਹ ਵੀ ਤੁਹਾਨੂੰ ਮਾਈਨਸ ਕਰਨੀ ਪਊਗੀ, 7 ਜਮਾ 7 ਇਹ ਹੋ ਜਾਏਗਾ 14, ਠੀਕ ਹੈ। ਤਾਂ 14 ਇਹਦੇ ਵਿੱਚੋਂ ਬੱਚੋ ਅਸੀਂ ਕੀ ਕਰਨੇ ਆ ਮਾਈਨਸ, ਆਖਿਰ ਦੇ ਵਿੱਚ ਜਦੋਂ ਤੁਸੀਂ ਇਹ ਚੋਂ 14 ਮਾਈਨਸ ਕਰ ਦੂੰਗੇ ਤਾਂ ਤੁਹਾਨੂੰ ਬੱਚੋ ਇਹ ਪ੍ਰਾਪਤ ਹੋਏਗਾ 62 ਮਾਈਨਸ 14, ਇਹ ਮਿਲ ਜਾਏਗਾ ਬੱਚੇ 48, ਤੋਂ 48 ਮੀਟਰ ਜਿਹੜਾ ਇਹਦਾ ਆਂਸਰ ਹੋਏਗਾ ਇਸ ਦਾ ਪਰਿਮਾਪ, ਠੀਕ ਹੈ। ਥੋੜਾ ਜਿਹਾ ਟ੍ਰਿਕੀ ਕੁਐਸਚਨ ਹੈਗਾ ਇਹ। ਨੈਕਸਟ ਕੁਐਸਚਨ ਹੈਗਾ ਕਿ ਫਰਸ਼ ਬਣਾਉਣ ਦੇ ਲਈ ਉਪਯੋਗ ਕੀਤੀ ਜਾਣ ਵਾਲੀ ਇੱਕ ਟਾਇਲ ਦਾ ਆਕਾਰ ਸਮਾਂਤਰ ਚਤੁਰਭੁਜ ਦੇ ਆਕਾਰ ਦਾ ਹੈ, ਜਿਸ ਦਾ ਆਧਾਰ ਤੁਹਾਨੂੰ ਬੱਚੇ ਇੱਥੇ ਦਿੱਤਾ ਹੋਇਆ ਹੈ, ਕਿੰਨਾ ਦਿੱਤਾ ਹੈ 24 ਸੈਂਟੀਮੀਟਰ, ਤੇ ਉਹਦੀ ਸੰਗਤ ਉਚਾਈ ਜਿਹੜੀ ਆ ਉਹ ਦਿੱਤੀ ਹੋਈ ਹੈ 10 ਸੈਂਟੀਮੀਟਰ, ਠੀਕ ਹੈ। 1080 ਵਰਗ ਮੀਟਰ ਦੇ ਖੇਤਰਫਲ ਦੇ ਵਿੱਚ ਇੱਕ ਫਰਸ਼ ਨੂੰ ਢੱਕਣ ਦੇ ਲਈ ਇਸ ਤਰ੍ਹਾਂ ਦੀਆਂ ਕਿੰਨੀਆਂ ਟਾਈਲਾਂ ਦੀ ਜ਼ਰੂਰਤ ਹੋਵੇਗੀ। ਤੇ ਵਿਦਿਆਰਥੀਓ ਅਸੀਂ ਇਹ ਆਨਸਰ ਜਿਹੜਾ ਫਾਈਂਡ ਆਊਟ ਕਰਨਾ, ਇਹਦੇ ਲਈ ਬੱਚੋ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਅਸੀਂ ਫਰਸ਼ ਦਾ ਖੇਤਰਫਲ, ਠੀਕ ਹੈ, ਉਹ ਫਾਈਂਡ ਆਊਟ ਕਰ ਲਾਂਗੇ, ਯਾਨੀ ਕਿ ਏਰੀਆ ਆਫ ਦੀ ਫਲੋਰ, ਠੀਕ ਹੈ। ਏਰੀਆ ਫਲੋਰ ਜਿਹੜਾ ਹੈਗਾ ਉਹ ਕਿੰਨਾ ਹੈਗਾ, ਦੇਖੋ 1080 ਮੀਟਰ ਸਕੁਅਰ ਜਿਹੜਾ ਇੱਥੇ ਦਿੱਤਾ ਹੋਇਆ। ਬੱਚੋ ਇਹਦੇ ਵਿੱਚ ਸੋਚਣ ਵਾਲੀ ਗੱਲ ਇਹੀ ਹੈ ਕਿ ਵਰਗ ਮੀਟਰ ਜਿਹੜਾ ਏਰੀਆ ਗਿਵਨ ਹੈ, ਤੇ ਜਿਹੜੀਆਂ ਸਾਈਡਾਂ ਦਿੱਤੀਆਂ ਨੇ ਉਹ ਸੈਂਟੀਮੀਟਰ 'ਚ ਹੈਗੀਆਂ ਨੇ, ਠੀਕ ਹੈ। ਸੈਂਟੀਮੀਟਰ 'ਚ ਦੇਣ ਕਰਕੇ ਬੱਚੋ ਸਭ ਤੋਂ ਪਹਿਲਾਂ ਅਸੀਂ ਇਹਨੂੰ ਕੀ ਆ ਸੈਂਟੀਮੀਟਰ 'ਚ ਹੀ ਕਨਵਰਟ ਕਰਾਂਗੇ। ਤੇ ਵਿਦਿਆਰਥੀਓ 1 ਮੀਟਰ ਦੇ ਵਿੱਚ 100 ਸੈਂਟੀਮੀਟਰ ਹੁੰਦੇ ਨੇ, 100 ਨੂੰ ਤੁਸੀਂ 2 ਵਾਰ ਲਿਖਣਾ ਹੈ ਕਿਉਂਕਿ ਵਰਗ ਮੀਟਰ ਦੀ ਘਾਤ 2 ਹੋਣ ਕਰਕੇ, ਠੀਕ ਹੈ, ਮੀਟਰ ਦੀ ਘਾਤ 2 ਵਾਰ ਹੋਣ ਕਰਕੇ ਇਹਨੂੰ 2 ਵਾਰ ਲਿਖੋਗੇ ਤਾਂ ਇਹ 1080, ਉਹਦੇ ਨਾਲ 4 zeros ਹੋਰ ਆ ਜਾਣਗੀਆਂ, ਇਹ ਬੱਚੋ ਬਣ ਗਿਆ ਇਹਦਾ ਖੇਤਰਫਲ, ਫਰਸ਼ ਦਾ ਖੇਤਰਫਲ ਇੱਥੇ ਬਣ ਗਿਆ, ਠੀਕ ਹੈ। ਹੁਣ ਅਸੀਂ ਟਾਇਲ ਦਾ ਖੇਤਰਫਲ, ਠੀਕ ਹੈ, ਉਹ ਦੱਸਣਾ ਹੈ, ਯਾਨੀ ਕਿ ਏਰੀਆ ਆਫ ਟਾਇਲ ਦਾ ਖੇਤਰਫਲ ਕਿੰਨਾ ਆਏਗਾ ਬੱਚੋ, ਉਹ ਕਿਹਦੇ ਬਰਾਬਰ ਹੋਊਗਾ 1 ਬੇਸ ਇੱਕ ਟਾਇਲ ਦਾ ਦੱਸਣਾ ਹੈ 1 ਬੇਸ ਹਾਈਟ, ਠੀਕ ਹੈ। ਬੇਸ ਹਾਈਟ ਉਹਦੇ ਨਾਲ ਮਲਟੀਪਲਾਈ ਕਰ ਦੇਣਾ ਹੈ। ਬੇਸ ਇਹਦਾ ਬੱਚੋ ਕਿੰਨਾ ਹੈ 24 ਦਿੱਤਾ ਹੋਇਆ, ਤੇ 10 ਇਹਦੀ ਸੈਂਟੀਮੀਟਰ ਹਾਈਟ ਦਿੱਤੀ ਸੀ, ਇਹਦਾ ਮਤਲਬ 240 ਵਰਗ ਮੀਟਰ ਸੈਂਟੀਮੀਟਰ ਸਕੁਅਰ ਜਿਹੜਾ ਇਹਦਾ ਕੀ ਆ ਗਿਆ ਟਾਇਲ ਦਾ ਖੇਤਰਫਲ, ਠੀਕ ਹੈ। ਹੁਣ ਨੰਬਰ ਆਫ ਟਾਇਲ ਯਾਨੀ ਕਿ ਟਾਇਲਾਂ ਦੀ ਗਿਣਤੀ, ਠੀਕ ਹੈ, ਟਾਇਲਾਂ ਦੀ ਗਿਣਤੀ ਕਿੰਨੀ ਸਾਨੂੰ ਚਾਹੀਦੀ ਆ ਤਾਂ ਕਿ ਫਲੋਰ ਦੇ ਉੱਪਰ ਪੂਰਾ ਢੱਕਿਆ ਜਾਵੇ, ਉਹਦੇ ਲਈ ਕੀ ਹੋਏਗਾ ਫਰਸ਼ ਦਾ ਖੇਤਰਫਲ ਜੋ ਕਿ ਆਇਆ 108000, 5 ਵਾਰ 0 ਆਣੀ ਆ 108 ਦੇ ਨਾਲ, ਤੇ ਡਿਵਾਈਡ ਬਾਈ 240, ਠੀਕ ਹੈ, ਇੱਕ 0 ਇਹਦੇ ਵਿੱਚੋਂ ਕੱਟ ਜਾਏਗੀ, ਇਹ ਬੱਚੇ 24 ਤੇ ਕੱਟ ਜਾਏਗਾ, ਤਾਂ ਇੱਥੋਂ ਆਨਸਰ ਪ੍ਰਾਪਤ ਹੋਏਗਾ 45000 ਟਾਇਲਸ, ਠੀਕ ਹੈ। ਤਾਂ 45000 ਟਾਈਲਾਂ ਜਿਹੜੀਆਂ ਨੇ ਇੱਥੇ ਲੱਗਣਗੀਆਂ ਇਸ ਫਰਸ਼ ਨੂੰ ਕਵਰ ਕਰਨ ਲਈ, ਠੀਕ ਹੈ। ਅਗਲਾ ਕੁਐਸਚਨ ਬੱਚੇ ਤੁਹਾਡੀ ਸਕਰੀਨ ਤੇ ਫਲੈਸ਼ ਹੋ ਰਿਹਾ, ਇਹ ਵੀ ਲੈਂਥੀ ਕੁਐਸਚਨ ਹੈਗਾ ਹੈ, ਠੀਕ ਹੈ। ਇਹਨੂੰ ਤੁਸੀਂ ਆਪ ਵੀ ਕਰ ਸਕਦੇ ਹੋ, ਵੈਸੇ ਮੈਂ ਤੁਹਾਨੂੰ ਥੋੜਾ ਜਿਹਾ ਉੱਦਾਂ ਇਹਦੇ ਬਾਰੇ ਦੱਸ ਦਿੰਦਾ, ਠੀਕ ਹੈ। ਤਾਂ ਬਹੁਤ ਈਜ਼ੀ ਹੈ ਨਾਲੇ ਵੈਸੇ ਤਾਂ। ਸੋ ਇਹ 'ਚ ਕੀ ਹੈਗਾ ਕਿ ਇੱਕ ਕੀੜੀ ਕਿਸੇ ਫਰਸ਼ ਤੇ ਖਿਲਰੇ ਹੋਏ ਵੱਖ-ਵੱਖ ਆਕਾਰਾਂ ਦੇ ਭੋਜਨ ਪਦਾਰਥ ਦੇ ਟੁਕੜਿਆਂ ਨੂੰ ਚਾਰੇ ਪਾਸੇ ਘੁੰਮ ਰਹੀ ਹੈ। ਇਹ ਵਿੱਚੋਂ 3 ਆਕਾਰ ਦਿੱਤੇ ਨੇ, ਇਸ ਤਰ੍ਹਾਂ ਕੀੜੀ ਜਿਹੜੀ ਆ ਉਹ ਭੋਜਨ ਦੇ ਆਲੇ ਦੁਆਲੇ ਘੁੰਮ ਰਹੀ ਆ, ਠੀਕ ਹੈ, ਅਲੱਗ-ਅਲੱਗ ਸ਼ੇਪ ਬਣਾ ਲਈਆਂ ਹੁਣ। ਤੇ ਵਿਦਿਆਰਥੀਓ ਭੋਜਨ ਪਦਾਰਥ ਦੇ ਕਿਸ ਟੁਕੜੇ ਲਈ ਕੀੜੀ ਨੂੰ ਲੰਬਾ ਚੱਕਰ ਲਗਾਉਣਾ ਪਵੇਗਾ, ਤੇ ਬੱਚਿਓ ਲੰਬਾ ਚੱਕਰ ਦਾ ਮਤਲਬ ਇਹ ਹੋ ਗਿਆ
ਕਿ ਤੁਸੀਂ ਇੱਥੇ ਫਾइंड ਆਊਟ ਕਰਨਾ ਹੈ, ਕੀ ਫਾइंड ਆਊਟ ਕਰਨਾ ਹੈ, ਉਹਦਾ ਪਰਿਮਾਪ। ਠੀਕ ਹੈ, ਕੀ ਫਾइंड ਆਊਟ ਕਰਨਾ ਹੈ, ਪਰਿਮਾਪ, ਯਾਨੀ ਕਿ ਚੱਕਰ ਦਾ ਵਿੱਚੋਂ ਘੇਰਾ ਹੁੰਦਾ ਹੈ ਜਿਸਦਾ ਸੂਤਰ ਹੁੰਦਾ ਹੈ 2 ਪਾਈ r। ਠੀਕ ਹੈ, ਜਿੱਥੇ r ਜਿਹੜਾ ਹੈ ਉਹ ਚੱਕਰ ਦਾ ਕੀ ਹੈ, ਅਰਧ ਵਿਆਸ। ਠੀਕ ਹੈ, ਇਹਦੀ ਸਹਾਇਤਾ ਨਾਲ ਅਸੀਂ ਇਹ ਸਾਰਾ ਸਮ ਜਿਹੜਾ ਉਹ ਕਰਨਾ ਹੈਗਾ। ਠੀਕ ਹੈ, ਤੋ ਆਓ ਬੱਚੋ ਇਹ ਸਮ ਮੈਂ ਥੋੜਾ ਜਿਹਾ ਦੱਸ ਦਿੰਦਾ। ਸਭ ਤੋਂ ਪਹਿਲੇ ਕੇਸ ਦੇ ਵਿੱਚ ਦੇਖੋ, ਇਹਦੇ ਵਿੱਚ ਕੀ ਹੋ ਰਿਹਾ, ਇਹਦੇ ਵਿੱਚ ਆ ਪੂਰੀ ਡਿਸਟੈਂਸ ਜਿਹੜੀ ਆ ਵਾਲੀ, ਠੀਕ ਹੈ, ਇਹ ਤਾਂ ਹੁਣ ਕਵਰ ਕਰ ਲਈ, ਕਿੰਨੀ 2.8 ਆ ਜਾਣੀ, ਜਿਹੜੀ ਕਿ ਤੁਹਾਨੂੰ ਦਿੱਤੀ ਹੋਈ ਹੈ। ਠੀਕ ਹੈ, ਇੱਥੇ ਦਿੱਤੀ ਹੋਈ ਹੈ 2.8 ਸੈਂਟੀਮੀਟਰ ਜਿਹੜੀ ਹੁਣ ਡਿਸਟੈਂਸ ਤਾਂ ਇਹ ਤਾਂ ਕਵਰ ਕਰਨੀ ਹੈ। ਔਰ ਆ ਜਿਹੜਾ ਇਹ ਵਾਲਾ ਕੀ ਹੋਏਗਾ, ਇਹ ਬੱਚੋ ਉਹਦਾ ਅਰਧ ਚੱਕਰ ਦਾ ਘੇਰਾ ਬਣ ਗਿਆ, ਜੋ ਕਿ ਕਿਹਦੇ ਬਰਾਬਰ ਆਊਗਾ, ਪਾਈ ਆਰ ਦੇ, ਯਾਨੀ ਕਿ 2 ਪਾਈ ਆਰ ਦਾ ਅੱਧਾ। ਠੀਕ ਹੈ, ਤੋ ਇਹਦੇ ਨਾਲ ਕੱਟ ਜਾਣਾ, ਪਾਈ ਆਰ ਦੀ ਵੈਲਿਊ ਇੱਥੇ ਪੁੱਟ ਕਰ ਦਿਓ 2.8 ਪਲੱਸ ਪਾਈ ਦੀ ਵੈਲਿਊ ਵਿੱਚ 22/7 ਹੁੰਦੀ ਹੈ, ਤੇ r ਜਿਹੜਾ ਹੈਗਾ 2.8, ਜਿਹੜਾ ਕਿ ਅਰਧ ਇਹਦਾ ਵਿਆਸ ਹੈਗਾ, ਵਿਆਸ ਦਾ ਅੱਧਾ ਕਿੰਨਾ ਹੋ ਜਾਏਗਾ, ਅਰਧ ਵਿਆਸ, ਯਾਨੀ ਕਿ ਇਹ ਹੋ ਗਿਆ 1.4। ਠੀਕ ਹੈ, ਜਦੋਂ ਤੁਸੀਂ ਸੋਲਵ ਕਰੋਗੇ 0.2 ਤੇ ਜਾਊਗਾ, ਇਹਦੀ ਮਲਟੀਪਲੀਕੇਸ਼ਨ ਕਰ ਲੈਣੀ ਹੈ 1.8 ਇੰਟੂ 2.8 ਸੌਰੀ 2.8 ਇੰਟੂ ਇਹ ਬਣ ਜਾਏਗਾ ਬੱਚੇ 4.4। ਠੀਕ ਹੈ, ਤੇ ਜਦੋਂ ਤੁਸੀਂ ਐਡ ਕਰੋਗੇ, ਐਡ ਕਰਨ ਤੋਂ ਬਾਅਦ ਇਹ ਵਿੱਚ 7.2 ਸੈਂਟੀਮੀਟਰ ਇੱਥੇ ਆਏਗਾ। ਠੀਕ ਹੈ, ਇਹ ਕੇਸ ਆ ਗਿਆ ਪਹਿਲੇ ਦਾ, ਕਿ ਇੰਨਾ ਉਹਨੂੰ ਇੰਨੀ ਡਿਸਟੈਂਸ ਜਿਹੜੀ ਆ ਉਹ ਚੱਲਣੀ ਪੈਣੀ ਹੈ। ਠੀਕ ਹੈ, ਉਸ ਤੋਂ ਬਾਅਦ ਅਗਲਾ ਹੈਗਾ ਕਿ ਰਾਉਂਡ ਆ ਜਿਹੜੀ ਆਹ ਵਾਲੇ ਜੇਕਰ ਇਸ ਤਰ੍ਹਾਂ ਖੇਤਰਫਲ ਡਿਸਟੈਂਸ ਉਹ ਪੂਰੀ ਕਰਦਾ, ਫਿਰ ਉਹਨੂੰ ਕਿੰਨਾ ਕਿੰਨਾ ਜਿਹੜੀ ਹੈ ਕਿੰਨੀ ਡਿਸਟੈਂਸ ਕਵਰ ਕਰਨੀ ਪਊਗੀ। ਤੋ 1.5 ਇੱਥੋਂ ਇੱਥੇ ਤੱਕ ਆ, ਇਹਦਾ ਮਤਲਬ ਆ ਵੀ 1.5 ਹੋ ਗਈ, 1.5 ਜਮਾ 1.5 ਇਹ ਕਿੰਨਾ ਹੋ ਗਿਆ ਬੱਚੋ, ਇਹ ਬਣ ਗਿਆ 3। ਠੀਕ ਹੈ, ਬਾਕੀ ਆ ਕਿੰਨਾ ਹੋਏਗਾ, ਇਹ 2.8 ਰਹਿਣਾ ਹੀ ਰਹਿਣਾ। ਠੀਕ ਹੈ, ਜਮਾ ਉਸ ਤੋਂ ਬਾਅਦ ਆ ਜਿਹੜਾ ਅਰਧ ਵਿਆਸ ਹੈ, ਜਿਹਦੀ ਵੈਲਿਊ ਸਾਨੂੰ 4.4 ਪ੍ਰਾਪਤ ਹੋਈ ਆ, ਉਹ ਅਸੀਂ ਇੱਥੇ ਪੁੱਟ ਕਰ ਦੇਣੀ। ਤੋ ਇਹਦਾ ਮਤਲਬ ਇਹਦੇ ਵਿੱਚ ਐਕਸਟਰਾ ਆ ਗਿਆ 3। ਠੀਕ ਹੈ, 3 ਮੀਟਰ ਜਿਹੜਾ ਆ 3 ਸੈਂਟੀਮੀਟਰ ਐਕਸਟਰਾ ਆ ਗਿਆ, ਤੋ 7.2 ਜਮਾ 3 ਇਹ ਬਣ ਗਿਆ ਬੱਚੋ 10.2 ਸੈਂਟੀਮੀਟਰ। ਠੀਕ ਹੈ, ਇਹ ਆ ਗਿਆ ਦੂਸਰੇ ਕੇਸ ਦੇ ਵਿੱਚ। ਉਸ ਤੋਂ ਬਾਅਦ ਅਗਲਾ ਕੇਸ ਆ, ਇਹਦੇ ਵਿੱਚ ਇੱਧਰ ਨੂੰ 2 ਸੈਂਟੀਮੀਟਰ ਆ ਵੀ 2 ਸੈਂਟੀਮੀਟਰ ਆ, ਤੇ ਆ ਬੱਚੋ ਅਰਧ ਚੱਕਰ ਆ ਗਿਆ ਉਹਦਾ। ਠੀਕ ਹੈ, ਉਹ ਵੀ ਇਹਦੇ ਵਿੱਚੋਂ ਰੇਡੀਅਸ ਜਿਹੜਾ ਉਹ ਮਾਈਨਸ ਹੋਣਾ ਹੁਣ। ਠੀਕ ਹੈ, ਤੋ ਮਤਲਬ ਇਹ ਇਹਦਾ ਅਰਧ ਚੱਕਰ ਆ ਗਿਆ ਐਕਚੁਅਲ ਵਿੱਚ। ਅਰਧ ਚੱਕਰ ਜਿਹੜਾ ਹੈਗਾ ਉਹ ਆ ਜਾਏਗਾ 1/2 2 ਪਾਈ r। ਓਕੇ, ਜੋ ਕਿ ਅਸੀਂ ਕੱਢਿਆ ਹੀ ਹੈ 4.4 ਆਈ ਜਾਣਾ ਇੱਥੋਂ ਆਂਸਰ। ਠੀਕ ਹੈ, 4.4 ਪਲੱਸ 2 ਸੈਂਟੀਮੀਟਰ ਪਲੱਸ 2 ਸੈਂਟੀਮੀਟਰ, तो ये आ जाएगा बच्चों 8.4 ਸੈਂਟੀਮੀਟਰ। तो सब तो ज़्यादा ਕਿਹੜੇ ਕੇਸ 'ਚ ਆ, B ਵਾਲੇ ਕੇਸ ਦੇ ਵਿੱਚ ਉਹਨੂੰ ਜ਼ਿਆਦਾ ਟਾਈਮ ਲੱਗ ਰਿਹਾ ਹੈਗਾ। ਠੀਕ ਹੈ, तो ਇਹ ਸੀਗੇ ਬੱਚੇ 11.1 ਐਕਸਰਸਾਈਜ਼ ਦੇ ਸਵਾਲ, ਸਾਰੇ ਮੈਂ ਕਰ ਦਿੱਤੇ ਆ। 11.2 ਐਕਸਰਸਾਈਜ਼ ਅਸੀਂ ਨੈਕਸਟ ਟਾਈਮ ਕਰਾਂਗੇ। ਠੀਕ ਹੈ ਬੱਚਿਓ, ਟਿਲ ਦੈਨ ਸਟੇ ਐਟ ਹੋਮ ਬੱਚੇ, ਜਦ ਤੱਕ ਜਿਹੜੀ ਸਰਕਾਰ ਦੀਆਂ ਇੰਸਟਰਕਸ਼ਨ ਹੈਗੀਆਂ ਨੇ ਉਦੋਂ ਤੱਕ ਤੁਸੀਂ ਸਾਰੇ ਬੱਚਿਆਂ ਨੇ ਘਰ ਵਿੱਚ ਸੇਫਲੀ ਰਹਿਣਾ ਹੈ, ਤੇ ਪੜ੍ਹਾਈ ਜਿਹੜੀ ਹੈ ਨਿਰਵਿਘਨ ਜਿਹੜੀ ਆ ਉਹ ਚਾਲੂ ਰਹੂਗੀ, ਤੇ ਇਸੇ ਤਰ੍ਹਾਂ ਬੱਚੇ ਤੁਸੀਂ ਵੀ ਘਰ ਦੇ ਵਿੱਚ ਨਿਰਵਿਘਨ ਪੜ੍ਹੀ ਜਾਣਾ ਹੈਗਾ। ਓਕੇ ਬੱਚੇ, ਥੈਂਕ ਯੂ ਸੋ ਮਚ।